हाँ जी, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਸਾਰੇ? ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਵੀ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 11th ਮੈਥਸ ਦਾ ਚੈਪਟਰ ਬਾਇਨੋਮੀਅਲ ਥਿਊਰਮ। ਅਤੇ ਇਹ ਵੈਸੇ ਬਹੁਤ ਵਧੀਆ ਚੈਪਟਰ ਹੈ, ਇੱਕ ਪ੍ਰੋਬਲਮ ਸੋਲਵਿੰਗ ਚੈਪਟਰ ਹੈ। ਇਹਦੇ ਵਿੱਚ ਜ਼ਿਆਦਾ ਕੈਲਕੂਲੇਸ਼ਨਸ ਵਗੈਰਾ ਨਹੀਂ ਹੋਣਗੀਆਂ, ਬਸ ਇਹਦੇ ਵਿੱਚ ਕੁਛ ਇੰਪੋਰਟੈਂਟ ਟੋਪਿਕਸ ਨੇ ਅਤੇ ਉਹਨਾਂ ਦੇ ਨਾਲ ਹੀ ਇਹ ਸਾਰਾ ਚੈਪਟਰ ਹੋਏਗਾ। ਬਸ ਫਿਰ ਮੈਂ ਉਹੀ ਸਾਰੇ ਟੋਪਿਕਸ ਤਾਂ ਕਿ ਕਵਰ ਹੋ ਜਾਣ, ਹਰ ਇੱਕ ਟੋਪਿਕ 'ਤੇ ਇੱਕ ਜਾਂ ਦੋ ਕੁਐਸਚਨਸ ਲੈ ਕੇ ਆਈ ਹਾਂ ਅਤੇ ਇਹਦੇ ਨਾਲ ਆਪਣੇ ਟੋਪਿਕ ਕਵਰ ਹੋ ਜਾਣਗੇ ਸਾਰੇ ਹੀ। ਅਤੇ ਬਾਕੀ ਕੁਐਸਚਨਸ ਤੁਸੀਂ NCERT ਦੇ ਵਿੱਚੋਂ ਜਾਂ ਹੋਰ ਕੋਈ ਕਿਸੇ ਵੀ ਬੁੱਕ ਦੇ ਵਿੱਚੋਂ ਪ੍ਰੈਕਟਿਸ ਕਰਨੇ ਨੇ। ਸੋ ਲੈਟਸ ਗੈਟ ਸਟਾਰਟਡ। ਸਭ ਤੋਂ ਪਹਿਲਾਂ ਦੇਖੋ, ਆਪਾਂ ਇਹਦੇ ਵਿੱਚ ਮੋਸਟਲੀ ਇਸ ਚੈਪਟਰ ਦੇ ਵਿੱਚ ਆਪਾਂ ਕੀ ਕਰਨੀ ਹੈ, ਐਕਸਪੈਂਸ਼ਨ। ਠੀਕ ਹੈ, ਹੁਣ ਐਕਸਪੈਂਸ਼ਨ ਦੇਖੋ, ਕਹਿੰਦੇ ਆਪਾਂ ਨੂੰ ਕੋਈ ਵੀ ਇਸ ਤਰੀਕੇ ਦੇ ਨਾਲ ਕੋਈ ਟਰਮ ਦਿੱਤੀ, ਆਪਾਂ ਉਸਨੂੰ ਐਕਸਪੈਂਡ ਕਰਨਾ। ਕਿਵੇਂ ਕਰਾਂਗੇ? ਕੰਬੀਨੇਸ਼ਨ ਦੀ ਹੈਲਪ ਦੇ ਨਾਲ। ਆਪਾਂ ਪੜ੍ਹਿਆ ਸੀ ਕਿ NPR ਹੁੰਦਾ, ਇਹ ਹੁੰਦਾ ਪਰਮਿਊਟੇਸ਼ਨ ਦੇ ਲਈ। NCR ਕੀ ਹੁੰਦਾ? ਕੰਬੀਨੇਸ਼ਨ ਦੇ ਲਈ। ਅਤੇ ਇਹ NCR ਓਪਨ ਕਿਵੇਂ ਹੁੰਦਾ? ਵੈਸੇ ਤਾਂ ਆਪਾਂ ਪਰਮਿਊਟੇਸ਼ਨ ਕੰਬੀਨੇਸ਼ਨ 'ਚ ਪੜ੍ਹ ਲਿਆ, ਬਟ ਮੈਂ ਇੱਕ ਵਾਰ ਰਿਵਾਈਜ਼ ਕਰਵਾ ਦਾਂ। N ਫੈਕਟੋਰੀਅਲ, ਠੀਕ ਹੈ, N - R ਫੈਕਟੋਰੀਅਲ। ਇਹ ਤਾਂ ਜਿਵੇਂ ਪਰਮਿਊਟੇਸ਼ਨ ਦਾ ਵੀ ਫਾਰਮੂਲਾ ਹੀ ਹੈ, ਬਸ ਕੰਬੀਨੇਸ਼ਨ 'ਚ ਜੋ R ਫੈਕਟੋਰੀਅਲ ਹੈ ਇਹ ਅਲੱਗ ਤੋਂ ਮਲਟੀਪਲਾਈ ਹੋ ਜਾਏਗਾ, ਇਹ ਉਹਦਾ ਕੰਬੀਨੇਸ਼ਨ ਦਾ ਫਾਰਮੂਲਾ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਇੱਥੇ ਨੋਟਿਸ ਕਰੀ ਜਾਇਓ, A + B ਦੀ ਪਾਵਰ N। ਆਪਾਂ ਕਿਵੇਂ ਖੋਲ੍ਹਿਆ? NC0, ਫਿਰ ਐਵੇਂ ਹੀ NC1 NC2 ਐਂਡ ਸੋ ਔਨ। ਠੀਕ ਹੈ, ਫਿਰ ਸਭ ਤੋਂ ਪਹਿਲਾਂ ਆਪਾਂ ਪਾਵਰ ਕਿੰਨੀ ਰੱਖਣੀ ਹੈ? ਜਿੰਨੀ ਉੱਪਰ ਦਿੱਤੀ ਹੈ, ਜਿਵੇਂ ਇੱਥੇ 5 N ਤੋਂ ਮੰਨ ਕੇ ਚਲੋ ਇੱਥੇ 5 ਦਿੱਤੀ ਹੋਵੇ, ਫਿਰ ਆਪਾਂ A ਦੀ ਪਾਵਰ 5, ਫਿਰ A ਦੀ ਪਾਵਰ 4 3, ਮਤਲਬ ਫਸਟ ਟਰਮ ਦੀ ਵੈਲਿਊ ਘਟਾਈ ਜਾਣੀ ਹੈ, ਸੈਕਿੰਡ ਟਰਮ ਦੀ ਵੈਲਿਊ ਇਨਕਰੀਜ਼ ਕਰੀ ਜਾਣੀ ਹੈ। ਠੀਕ ਹੈ, ਐਵੇਂ ਹੀ ਜੇ ਮਾਈਨਸ ਦਾ ਹੋਵੇ ਕੁਐਸਚਨ ਕਰਾਂਗੇ ਫਿਰ ਪਤਾ ਲੱਗ ਜਾਏਗਾ। ਇੱਥੇ ਫਾਰਮੂਲਾ ਨਾ ਕਈ ਵਾਰ ਡਿਫੀਕਲਟ ਜਿਹਾ ਲੱਗਦਾ। ਫਿਰ ਹੈਗਾ A - B ਦੀ ਪਾਵਰ N। ਹੁਣ ਇਹਦੇ ਵਿੱਚ ਵੀ ਆਪਾਂ ਸੇਮ ਕੰਬੀਨੇਸ਼ਨ ਲਾ ਕੇ ਖੋਲਾਂਗੇ, NC0 NC1 NC2 NC3। ਇਹ ਸੇਮ ਫਾਰਮੂਲਾ ਲਗਾ ਕੇ ਓਪਨ ਕਰਾਂਗੇ ਅਤੇ ਜੋ A ਅਤੇ B ਦੀ ਪਾਵਰਸ ਨੇ, ਉਹ ਪਹਿਲਾਂ A ਦੀ ਪਾਵਰ 5 ਪੁੱਟ ਕਰ ਲਈ ਜਾਂ 6 ਪੁੱਟ ਕਰ ਲਈ, ਜੋ ਵੀ N ਦੀ ਵੈਲਿਊ ਦਿੱਤੀ ਹੋਏਗੀ ਉਹ ਪੁੱਟ ਕਰੀ ਜਾਵਾਂਗੇ ਅਤੇ ਘਟਾਈ ਜਾਵਾਂਗੇ। ਠੀਕ ਹੈ, ਜਿਵੇਂ ਮੰਨ ਕੇ ਚਲੋ ਇੱਥੇ 10 ਹੋਏਗਾ, 10 9 8 7 6 ਘਟਾਈ ਜਾਵਾਂਗੇ ਅਤੇ B ਦੀ ਵੈਲਿਊ 0 ਤੋਂ ਸਟਾਰਟ ਕਰਕੇ ਵਧਾਈ ਜਾਵਾਂਗੇ। ਐਂਡ 'ਤੇ ਇਸ ਦੀ ਪਾਵਰ A ਦੀ 0 ਆ ਜਾਏਗੀ ਅਤੇ B ਦੀ 6 ਜਾਂ ਜਿੰਨੀ ਵੀ ਆਪਾਂ ਨੂੰ ਦਿੱਤੀ ਹੋਏਗੀ। ਠੀਕ ਹੈ, ਹੁਣ ਦੇਖੋ ਪਹਿਲਾ ਕੁਐਸਚਨ ਕਰਨੇ ਆ, ਫਿਰ ਸਮਝ ਲੱਗੇਗਾ। ਦੇਖੋ ਕਹਿੰਦੇ 1 - 2x ਦੀ ਪਾਵਰ 5। ਹੁਣ ਦੇਖੋ A ਕੀ ਹੈ ਇੱਥੇ ਸਾਡੇ ਕੋਲ 1, B ਕੀ ਹੈ ਸਾਡੇ ਕੋਲ 2x, ਮਾਈਨਸ ਦਾ ਅਤੇ ਮਾਈਨਸ ਦੇ ਵਿੱਚ ਦੇਖੋ ਪਹਿਲਾਂ ਜਿਵੇਂ ਪਲੱਸ ਦੇ ਵਿੱਚ ਆਪਾਂ ਸਾਰੇ ਪਲੱਸ ਦੀਆਂ ਟਰਮਸ ਲੈਣੀਆਂ ਨੇ। ਠੀਕ ਹੈ, ਸਭ ਕੁਛ ਪਲੱਸ ਕਰਨਾ ਹੈ, ਬਟ ਜਦੋਂ ਮਾਈਨਸ ਦਾ ਆ ਜਾਏ, ਇੱਕ ਵਾਰ ਆਪਾਂ ਪਲੱਸ, ਇੱਥੇ ਪਲੱਸ ਹੋ ਗਿਆ, ਫਿਰ ਮਾਈਨਸ, ਫਿਰ ਪਲੱਸ, ਫਿਰ ਮਾਈਨਸ, ਫਿਰ ਪਲੱਸ, ਫਿਰ ਮਾਈਨਸ, ਫਿਰ ਪਲੱਸ। ਠੀਕ ਹੈ, ਉਹ ਡਿਪੈਂਡ ਕਰਦਾ ਐਂਡ 'ਤੇ ਕੀ ਆਉਂਦਾ। ਐਂਡ 'ਤੇ ਫਿਕਸ ਨਹੀਂ ਹੈਗਾ, ਇੱਥੇ ਮੈਂ ਪਲੱਸ ਲਿਖਿਆ ਪਲੱਸ ਆਊਗਾ ਕਿ ਮਾਈਨਸ ਆਊਗਾ, ਉਹ ਰਕਮ 'ਤੇ ਡਿਪੈਂਡ ਕਰਦਾ ਕੀ ਦਿੱਤਾ ਸਾਨੂੰ। ਠੀਕ ਹੈ, ਮਤਲਬ ਮਾਈਨਸ 'ਚ ਕੀ ਹੈ? ਪਲੱਸ ਮਾਈਨਸ, ਬਾਕੀ ਸਭ ਕੁਛ ਸੇਮ ਹੈ। ਹੁਣ ਇਹ ਮਾਈਨਸ ਵਾਲਾ ਹੈ। ਠੀਕ ਹੈ, ਦੇਖੋ 5C0, N ਦੀ ਵੈਲਿਊ 5 ਹੈ, ਸੋ 5C0 ਆ ਗਿਆ। ਦੇਖੋ ਇੱਥੇ ਫੋਕਸ ਕਰੋ, 5C0, A ਦੀ ਪਾਵਰ ਪਹਿਲਾਂ ਆਪਾਂ 5 ਰੱਖ ਲਈ, 2x ਦੀ ਪਾਵਰ 0, ਫਿਰ ਐਵੇਂ ਲਿਖ ਲਿਆ 5C1 5C2 5C3 5C4 5C5। ਨਾਲ ਦੇਖੋ ਕੀ ਲਿਖਿਆ ਹੈ ਇੱਥੇ, ਹੁਣ 5C1 ਦੇ ਨਾਲ ਆਪਾਂ ਲਿਖਿਆ 1 ਦੀ ਪਾਵਰ 4, A ਦੀ ਪਾਵਰ ਘਟਾਈ ਜਾਣੀ ਹੈ 5 4 3 2 1, ਹੈ ਨਾ। ਫਿਰ ਜੋ 2x ਪਾਵਰ ਹੈ ਉਹਨੂੰ ਇਨਕਰੀਜ਼ ਕਰੀ ਜਾਣਾ, 0 ਤੋਂ ਸਟਾਰਟ ਕੀਤਾ, ਫਿਰ 1 2, ਠੀਕ ਹੈ, ਫਿਰ 3, ਫਿਰ 4, ਫਿਰ 5। ਠੀਕ ਹੈ, ਸੋ ਇਹ ਆਪਣੇ ਕੋਲ ਕੰਬੀਨੇਸ਼ਨ ਆ ਗਈ 5C0 1 ਦੀ ਪਾਵਰ 5 2x ਦੀ ਪਾਵਰ 0 1 ਦੀ ਪਾਵਰ 4 2x ਦੀ ਪਾਵਰ 1। ਇਹ ਸਭ ਕੁਛ ਆ ਗਿਆ। ਹੁਣ ਦੇਖੋ 1 ਦੀ ਪਾਵਰ ਜਿੱਥੇ ਆਪਣੇ ਕੋਲ 1 ਹੋਵੇ, ਚਾਹੇ ਉਹ ਫਸਟ ਟਰਮ 'ਤੇ ਹੋਵੇ, ਸੈਕਿੰਡ ਟਰਮ 'ਤੇ ਸੈਕਿੰਡ ਪਲੇਸ 'ਤੇ ਹੋਵੇ, 1 ਲਿਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਆਪਾਂ ਇਕੁਏਸ਼ਨ ਵੱਡੀ ਜੀ ਕਰ ਲੈਂਦੇ ਹਾਂ। ਆਪਾਂ ਸਿੰਪਲੀ ਜੋ ਦੂਜੀ ਰਕਮ ਹੈ ਉਹੀ ਲਿਖ ਸਕਦੇ ਹਾਂ, ਕਿਉਂਕਿ ਦੇਖੋ 1 ਦੀ ਪਾਵਰ ਜਿੰਨੀ ਮਰਜ਼ੀ ਆਏ, ਹੁਣ ਇੱਥੇ 1 ਦੀ ਪਾਵਰ 5 ਹੈ, ਇੰਨੀ ਮਲਟੀਪਲਾਈ 'ਚ 1 ਨਹੀਂ ਰਹਿਣਾ, 4 ਹੈ ਕੋਈ ਫਰਕ ਨਹੀਂ ਪਏਗਾ, 3 ਹੈ ਕੋਈ ਫਰਕ ਨਹੀਂ ਪੈਣਾ। ਸੋ ਮਤਲਬ ਜਿੱਥੇ 1 ਆ ਜਾਏ ਨਾ, ਆਪਾਂ ਉੱਥੇ 1 ਦੀ ਵੈਲਿਊ ਚਾਹੇ ਤੁਸੀਂ ਲਿਖੋ ਚਾਹੇ ਨਾ ਲਿਖੋ, ਇੱਕੋ ਹੀ ਗੱਲ ਹੈ, ਪਰ ਇੱਥੇ ਮੈਂ ਹਾਲੇ ਲਿਖੀ ਹੋਈ ਹੈ। ਕਈ ਵਾਰ ਆਪਾਂ ਸਕਿਪ ਵੀ ਕਰ ਦਿੰਦੇ ਹਾਂ ਵੀ 1 ਦਾ ਕੋਈ ਫਾਇਦਾ ਤਾਂ ਹੈ ਨਹੀਂ, ਉਂਝ ਹੀ ਬਸ ਲਿਖੀ ਜਾਓ। ਠੀਕ ਹੈ, ਸੋ ਦੇਖੋ 5C0 ਦੀ ਵੈਲਿਊ ਕਿੰਨੀ ਹੁੰਦੀ ਹੈ? 1। ਇਹ ਆਪਾਂ ਲਰਨ ਵੀ ਕਰ ਸਕਦੇ ਹਾਂ। ਇਹ ਕਿਵੇਂ ਆਇਆ? ਦੇਖੋ 5 ਫੈਕਟੋਰੀਅਲ, 5 - 0 ਕਿੰਨਾ ਹੋ ਗਿਆ? 5 ਫੈਕਟੋਰੀਅਲ ਅਤੇ 0 ਫੈਕਟੋਰੀਅਲ। 0 ਫੈਕਟੋਰੀਅਲ ਦੀ ਵੈਲਿਊ ਕਿੰਨੀ ਹੁੰਦੀ ਹੈ? 1।
तो ये तो कट्टे ही गए, बस 1 ही बच गया, कुछ बचिया ही नहीं। सो की आ जाएगा 1, फिर 1 की पावर 5 मतलब 1, तो 2x की पावर 0, जो किसी की पावर 0 होंगी है तो वह भी 1, सो 1 1 आ गया देखो इत्थे। फिर माइनस का साइन, हुण इत्थे देखो ये प्लस फिर माइनस फिर माइनस फिर प्लस फिर माइनस, ठीक है। फिर अगे देखो 5 सी 1 नूं सॉल्व किया, 5 आ गया, 1 की पावर 4, देखो 1 की पावर हुण मैं बोलूँगी नहीं क्योंकि 1 नहीं आना उत्ते। 2x की पावर 1, 2x आ गया, फिर एवें ही 5 सी 2 नूं सॉल्व किया 10, ठीक है। फिर 2x की पावर 2 आ गया, फिर 5 सी 3 नूं सॉल्व किया 10, 2x की पावर क्यूब, एवें आपां ने सॉल्व कर लिया। हुण देखो पहले आप की लिखिया 1 क्योंकि 1 1 आ गया, माइनस 5 2 ज़ा 10, सो 10x आ गया। हुण देखो इत्थे 10 2 ज़ा 20, 20 उपर की है स्केयर, सो 40, 40x स्केयर आ गया। हुण अगे देखो पहला देखो 2 वैसे पूरे का नहीं स्केयर करना, पहला आप 2x का स्केयर करना है, ठीक है। 4x स्केयर आ गया, फिर उन्होंने 10 नाल मल्टीप्लाई करना है। तो उस तो बाद देखो 10 इत्थे 2x का क्यूब है, पहले 2x का क्यूब खोलो, ठीक है। कि आ गया 8x क्यूब, 8 नूं फिर 10 नाल मल्टीप्लाई करो 80x क्यूब, ठीक है। एवें इत्थे इवें सॉल्व किया। देखो इहदा कोई परफेक्ट आंसर नहीं आउंदा हुंदा भी हाँ इन्नी वैल्यू आनी है, इत्थे एवें ही बस अनलाइक टर्म्स आ जांदियां ने, जिवें 1 माइनस 10x, बस इत्थे तक ही आंसर है इहदा, ठीक है। उस तो बाद सैकेंड टाइप, हुण ये अपनी होगी फस्ट टाइप के क्वेश्चनस भी किवें दे आउणगे, ठीक है। मैं हर एक टाइप का तुहानूं एक एक दो दो क्वेश्चनस ही करवाऊँगी, बाकी तुसीं प्रैक्टिस करो, जो नहीं लगेगा उहदी तुसीं मैनूं समझ नहीं लगेगा जो बुक चों, उहदी मैनूं तुसीं पूरी स्टेटमेंट लिख के दस दिओ, तो फिर मैं उसकी वीडियो अलग तो लिया दाँगी, ठीक है। अगे क्वेश्चन टाइप 2, दूजी तरह के जोड़े क्वेश्चन आउंदे ने, हुण इत्थे तो देखो सानूं 2 की फॉर्म च दिता सी, इत्थे इन्होंने की किया 96 की पावर क्यूब यूजिंग बाइनोमियल थ्योरम, इसनूं तुसीं सॉल्व करो। हुण इत्थे सब तो पहला आपां इस दे विच इहनूं कन्वर्ट कर लांगे, किवें 100 माइनस 4 का क्यूब कर लाँगे, दैट इज़ 96 का क्यूब। हुण सेम इनू भी एक्सपैंड कर देंगे 3 तक, ठीक है। 3c 0, ठीक है। 100 की पावर 3, 4 की पावर 0, फिर भी माइनस आ गया ना विच, फिर एक प्लस माइनस इत्थे तुसीं आंसर्स ते फोकस करो। मैं पहले ही सॉल्वड तां ही लैके आउंदी हां क्योंकि कई बार सॉल्व करदिआं नहीं दिखदा हैगा, प्रॉब्लम आ जांदी है। सो इत्थे साफ साफ सब कुछ क्लीयर दिखन दिया, देखो जिमें जिमें बोलनी है बस उस पॉइंट ते फोकस करो। 100 की पावर 3 आनी है, सो 3c 0, फिर 100 की पावर क्यूब 4 की पावर 0, फिर माइनस क्योंकि माइनस का है ना, फिर प्लस माइनस ये रखना है। ये मैं बार बार चीज़ दसनी है क्योंकि आप कई बार सेम ही स्टैप कर दें, माइनस लाना भुल जाने। फिर 3c1 100 की पावर घट गई, एक 4 की पावर वध गई, ए घटाई जाना बी वधाई जाना। फिर 3c2 100 की पावर 1 4 की पावर 2, फिर 3c3 100 की पावर 0 4 की पावर 3। हुण इन्हों सॉल्व कर लेना, देखो 3c 0 तो 1 ही हो गया, 1 नूं 10 की पावर 3 नाल मल्टीप्लाई किया, 10 की पावर सॉरी मतलब 1 पा के 6 जीरोज़ आ जाएगियाँ पिछे, है ना। फिर माइनस 3c1 नूं सॉल्व किया 3 आ गया, इंटू 10 की 100 की पावर 2 की आ जाएगा 4 जीरोज़ आ जाएगियाँ, इंटू 4 कर दो, सॉल्व कर लिया, ये चीज़ आ गई अपने कोल, ठीक है। क्योंकि ये 4000 हो गया, 4 नूं 3 नाल मल्टीप्लाई किया 12000 हो गया ना, 120 मतलब, तो हाँ 12 पा के फिर पिछे 4 जीरोज़ क्योंकि इत्थे साडे कोल 4 जीरोज़ सी। मतलब तुसीं मेरा बस मोटिव समझो, रकम ते आपां फोकस नहीं करना, आपां बस कॉन्सैप्ट ते फोकस करना है, तो कैलकुलेशनस तो होंदियां ही ने। फिर 3c3 की आ जाएगा 1 नूं 10 रेशो की पावर 0 की होंदा 1 होंदा, तो फिर 4 की पावर 3 कितना हो गया 64, ठीक है। मतलब पहले इनू सॉल्व किया, फिर इनू सॉल्व किया, फिर इनू 4 रकमां आ गई, बस इन्हों फिर प्लस माइनस कर दो, ठीक है। आ की 10,000 दे विच 4800 जोड़ दो, फिर दोनों इन्हों तो जो सम आया वो इनू माइनस कर दो, बस ये साडे कोल आंसर आ गया, ठीक है। मतलब मैं थानू सॉल्व करके नहीं विखा रही, स्टैप बाय स्टैप इत्थे लिखिया होया, तुसीं इत्थों वेख लो किहड़े स्टैप्स आपां ने करने ने, किवें किवें लिखना है। सब मैं थानू इस वीडियो दे विच पूरा मतलब चैप्टर समझाना है कि ये बेसिक टॉपिक्स ने। उस तो बाद देखो टाइप 3 क्वेश्चनस, टाइप 2 हो गया वैसे बाय मिसटेक कर गई, टाइप 3 के क्वेश्चन जो इस चैप्टर के आते हैं। वैसे मैं पहला ही दसदा, ये जो क्वेश्चन है
ਇੰਨਾ ਲੈਂਦੀ ਕੁਐਸਚਨ ਟੀਚਰਸ ਨਹੀਂ ਪਾਉਣਗੇ, ਕਿਉਂਕਿ ਕੰਮ ਵਧ ਹੀ ਜਾਂਦਾ। ਇਹ 2 ਕੁ ਪੇਜਾਂ ਤੱਕ ਦਾ ਹੋਏਗਾ, ਤਾਂ ਹੀ ਐਵੇਂ ਆ ਸਾਈਨ ਜਿਹਾ ਮਾਰਤਾ ਮੈਂ। ਦੇਖੋ ਹੁਣ ਇਹਦੇ ਵਿੱਚ ਕੀ ਕਰਨਾ ਹੈ, ਜਸਟ ਕੌਨਸੈਪਟ ਦੇ ਲਈ ਜੇ ਆ ਜਾਏ ਬਾਈ ਚਾਂਸ, ਕਿਉਂਕਿ ਪਰ ਐਵੇਂ ਦੇ ਕੁਐਸਚਨਸ ਨਹੀਂ ਆਉਂਦੇ, ਕਿਉਂਕਿ ਫਿਰ ਬਹੁਤ ਜ਼ਿਆਦਾ ਟਾਈਮ ਇੱਥੇ ਹੀ ਲੱਗ ਜਾਏਗਾ। ਕੈਲਕੂਲੇਸ਼ਨ ਨਹੀਂ ਹੈਗੀ ਜ਼ਿਆਦਾ, ਬਸ ਫੈਕਟੋਰੀਅਲ ਸੋਲਵ ਕਰਨਾ ਹੈ, ਬਾਕੀ ਤਾਂ ਅੱਗੋਂ ਕੁਛ ਹੈਗਾ ਹੀ ਨਹੀਂ, ਹੈ ਨਾ। ਉਹ ਵੀ ਫੈਕਟੋਰੀਅਲ ਸੋਲਵ ਕਰਨਾ ਤਾਂ ਸੌਖਾ ਹੀ ਹੈ। ਜਦੋਂ ਵੀ ਦੇਖੋ 3 ਰਕਮਾਂ ਆ ਜਾਣ ਸਾਡੇ ਕੋਲ, 3 ਡਿਜਿਟ ਨੰਬਰ, ਫਿਰ ਆਪਾਂ ਕਿਸੇ ਵੀ 2 ਡਿਜਿਟ ਨੂੰ, ਚਾਹੇ ਪਿਛਲੇ ਦੋਆਂ ਨੂੰ, ਚਾਹੇ ਪਹਿਲੇ 2 ਨੂੰ, ਕਿਸੇ ਵੀ 2 ਨੂੰ ਆਪਾਂ ਕੀ ਕਰ ਲੈਣਾ, 1 ਮੰਨ ਲੈਣਾ, ਠੀਕ ਹੈ। ਜਿਵੇਂ ਇਹਦੇ ਵਿੱਚ ਦੇਖੋ 3 ਟਰਮ ਸੀ, ਸੋ 3 ਸੀ 0, ਕਿਊਬ ਤੱਕ ਖੋਲ੍ਹ ਲੈਣਾ। ਫਿਰ ਅੱਗੇ ਦੇਖੋ 3x² - 2x ਦਾ ਕਿਊਬ ਕਰ ਲਿਆ, ਅਤੇ ਇਸ ਨੂੰ ਮਤਲਬ ਇਸ ਨੂੰ 1 ਫਸਟ ਰਕਮ ਮੰਨ ਲਿਆ, ਇਹਨੂੰ ਕੀ ਮੰਨ ਲਿਆ ਆਪਾਂ ਨੇ, ਸੈਕਿੰਡ ਰਕਮ ਮੰਨ ਲਿਆ। ਐਵੇਂ ਹੀ ਬਸ ਫਿਰ ਐਕਸਪੈਂਸ਼ਨ ਆਪਾਂ ਨੇ ਓਪਨ ਕਰਤੀ, ਠੀਕ ਹੈ। ਦੇਖੋ ਸਮਝ ਲੱਗਦਾ ਪਿਆ ਹੋਣਾ ਤੁਹਾਨੂੰ। 1 ਫਿਰ ਆ ਦੇਖੋ 3x ਦੀ ਕਿਊਬ ਹੋ ਗਈ, 3a ਦਾ ਸਕੇਅਰ 0 ਹੈ ਤਾਂ 1 ਨਹੀਂ ਆ ਗਿਆ, ਲਿਖਿਆ ਨਹੀਂ। ਫਿਰ 3c1 ਕਿੰਨਾ ਆ ਗਿਆ 3, ਹੈ ਨਾ। ਫਿਰ ਅੱਗੇ 3x² - 2x ਦਾ ਸਕੇਅਰ, 3a² ਦੀ ਪਾਵਰ 1, ਮਤਲਬ ਇਸ ਤਰੀਕੇ ਦੇ ਨਾਲ ਇਹਨੂੰ ਸੋਲਵ ਕੀਤਾ, ਠੀਕ ਹੈ। ਹੁਣ ਦੇਖੋ ਇਹ ਅਗਰ ਆਪਾਂ ਸੋਲਵ ਕਰਨ ਬੈਠੀਏ, ਇਹ ਹਜੇ ਇੰਨਾ ਸੋਲਵ ਹੋਇਆ ਅਤੇ ਅੱਗੇ ਹੋਰ ਵੀ ਬਹੁਤ ਲੈਂਦੀ ਜਾਏਗਾ। ਇੱਥੇ ਬਾਕੀ ਪਾਰਟ ਮੈਨੇ ਸੋਲਵ ਕੀਤਾ, ਇਹਦੇ ਵਿੱਚ ਕੁਛ ਜਗ੍ਹਾ 'ਤੇ ਆਈਡੈਂਟੀਟੀ ਵੀ ਲੱਗ ਸਕਦੀ ਹੈ, ਜਾਂ ਆਪਾਂ ਦੁਬਾਰਾ ਇਸ ਨੂੰ ਐਕਸਪੈਂਸ਼ਨ ਦੀ ਫੋਰਮ ਦੇ ਨਾਲ ਖੋਲ੍ਹ ਸਕਦੇ ਹਾਂ। ਜਿਵੇਂ ਆਹ ਸੀ 3x² - 2ax ਦੀ ਪਾਵਰ ਕਿਊਬ, ਮਤਲਬ ਕਿਊਬ ਆ ਗਿਆ। ਵੈਸੇ ਆਪਾਂ ਇੱਥੇ ਆਈਡੈਂਟੀਟੀ ਵੀ ਲਗਾ ਸਕਦੇ ਹਾਂ, ਪਰ ਯੂਜ਼ਿੰਗ ਬਾਇਨੋਮੀਅਲ ਥਿਊਰਮ ਆਪਾਂ ਕੀ ਕਰਨਾ, ਇਸ ਨੂੰ ਵੀ ਐਕਸਪੈਂਡ ਕਰਨਾ, ਮਤਲਬ ਐਕਸਪੈਂਸ਼ਨ ਦੇ ਵਿੱਚ ਐਕਸਪੈਂਸ਼ਨ ਆ ਗਈ। ਬਾਇਨੋਮੀਅਲ ਥਿਊਰਮ ਠੀਕ ਹੈ, ਆਪਾਂ ਨੂੰ ਬਹੁਤ ਸਾਰੀ ਜਗ੍ਹਾ 'ਤੇ ਹੈਲਪ ਕਰਦਾ ਹੈ। ਜਿਵੇਂ ਆਪਾਂ ਨੂੰ ਦੇਖੋ a+, ਜਿਵੇਂ ਤੁਹਾਡੇ ਤੋਂ ਪੁੱਛਾਂ a + b ਦਾ ਸਕੇਅਰ, ਤੁਸੀਂ ਦੱਸ ਦੋਗੇ a² b² + 2ab, ਠੀਕ ਹੈ। ਜੇ ਮੈਂ ਕਹਾਂ ਵੀ a + b ਦਾ 4, ਤਾਂ ਵੀ ਤੁਸੀਂ ਦੱਸ ਦੋਗੇ ਕਿ ਪਹਿਲਾਂ ਇਹਨਾਂ ਦਾ ਸਕੇਅਰ ਕਰ ਦਾਂਗੇ, ਫਿਰ ਉਹਦਾ ਸਕੇਅਰ ਕਰ ਦਾਂਗੇ, ਠੀਕ ਹੈ। ਕਿਊਬ ਦੀ ਵੀ ਦੱਸ ਦੋਗੇ, ਬੱਚਿਆਂ ਨੂੰ ਪਤਾ ਹੁੰਦੀ ਆਈਡੈਂਟੀਟੀ, ਹੈ ਨਾ। ਪਰ ਜੇ ਮੈਂ ਤੁਹਾਨੂੰ ਪੁੱਛਾਂ ਵੀ a + b ਦੀ ਪਾਵਰ 9, ਹੈ ਨਾ, ਫਿਰ ਦੱਸੋ। ਫਿਰ ਵੀ ਕਈ ਬੱਚੇ ਕਹਿ ਦੇਣਗੇ ਵੀ ਹਾਂਜੀ ਕਿਊਬ 2 ਵਾਰ ਸੋਲਵ ਕਰ ਲਾਂਗੇ, ਜਾਂ ਹੋਰ ਵੱਡੀ ਆ ਜਾਏ 15 ਆ ਜਾਏ, ਹੈ ਨਾ, ਕਿੰਨੀ ਵੀ ਪਾਵਰ ਆ ਜਾਏ, ਫਿਰ ਆਪਾਂ ਐਵੇਂ ਥੋੜ੍ਹੀ ਕਰਾਂਗੇ। ਫਿਰ ਠੀਕ ਹੈ ਬਾਇਨੋਮੀਅਲ ਥਿਊਰਮ ਆਪਾਂ ਨੂੰ ਦੱਸਦੀ ਹੈ ਐਕਸਪੈਂਸ਼ਨ ਦੇ ਨਾਲ ਆਪਾਂ ਸੋਲਵ ਕਰ ਸਕਦੇ ਹਾਂ। ਪਰ ਇੱਥੇ ਵੇਖੋ ਇਹ ਕੀ ਕਰਦਾ ਪਿਆ, ਕੰਮ ਵਧਾ ਰਿਹਾ ਨਾ, ਕਿੰਨਾ ਜ਼ਿਆਦਾ ਵੱਡਾ, ਇਸ ਤੋਂ ਵੀ ਅੱਗੇ ਹੋਰ ਵੱਡਾ ਜਾਏਗਾ, ਠੀਕ ਹੈ। ਮਤਲਬ ਕਿਤੇ ਕਿਤੇ ਬਾਇਨੋਮੀਅਲ ਥਿਊਰਮ ਠੀਕ ਹੈ ਆਪਣੀ ਹੈਲਪ ਕਰਦੀ ਹੈ, ਬਟ ਇਹੋ ਜਿਹੇ ਕੁਐਸਚਨਸ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਨਹੀਂ ਹੈਗੇ, ਠੀਕ ਹੈ, ਨਹੀਂ ਆਉਣੇ। ਕੋਈ ਵੀ ਮਹਾਨ ਟੀਚਰ ਹੋਊ ਜੋ ਪਾ ਦੇਗਾ ਇੰਨਾ ਲੰਬਾ ਕੁਐਸਚਨ, ਅਸੀਂ ਹੋਰ ਵੀ ਪੇਪਰ ਕਰਨਾ ਹੈ। ਇਸ ਤੋਂ ਤਾਂ ਚੰਗਾ ਅਸੀਂ ਬਾਇਨੋਮੀਅਲ ਥਿਊਰਮ ਨਾਲ ਨਾ ਕਰੀਏ, ਇਹਨੂੰ 3 ਵਾਰ ਲਿਖ ਕੇ ਮਲਟੀਪਲਾਈ ਕਰਤੀ, ਉਹ ਜ਼ਿਆਦਾ ਈਜ਼ੀ ਹੈ। ਚਲੋ ਹੁਣ ਅੱਗੇ ਦੇਖੋ ਮੋਸਟ ਇੰਪੋਰਟੈਂਟ ਕੁਐਸਚਨਸ ਜੋ ਪੇਪਰ ਦੇ ਵਿੱਚ ਆਉਂਦੇ ਨੇ। ਜਿਵੇਂ ਆਹ ਕੁਐਸਚਨ ਆ ਗਿਆ a + b ਦੀ ਪਾਵਰ 4 - a - b ਦੀ ਪਾਵਰ 4, ਨੀਚੇ ਵੀ ਇਹੀ ਟਰਮਸ ਦਿੱਤੀਆਂ ਹੋਈਆਂ ਨੇ, ਬਸ √3 ਅਤੇ 2 ਦੱਸਤਾ। ਹੁਣ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਹੈ ਇਸ ਦੀ ਵੈਲਿਊ ਫਾਈਂਡ ਆਊਟ ਕਰੋ, ਫਿਰ ਇਸ ਰਕਮ ਨੂੰ ਇਵੈਲਿਊਏਟ ਕਰੋ, ਠੀਕ ਹੈ। ਹੁਣ ਦੇਖੋ ਸਭ ਤੋਂ ਪਹਿਲਾਂ a + b ਦੀ ਪਾਵਰ 4 - a - b ਦੀ ਪਾਵਰ 4, a + b ਦੀ ਪਾਵਰ 4 ਨੂੰ ਆਪਾਂ ਕਿਵੇਂ ਲਿਖਾਂਗੇ, ਜਿਵੇਂ ਐਕਸਪੈਂਸ਼ਨ ਆਪਾਂ ਸਿੰਪਲ ਕਰਦੇ ਹਾਂ। a - b ਦੀ ਪਾਵਰ 4 ਨੂੰ ਐਕਸਪੈਂਡ ਕਿਵੇਂ ਕਰਾਂਗੇ, ਪਹਿਲਾਂ ਪਲੱਸ, ਫਿਰ ਮਾਈਨਸ, ਫਿਰ ਪਲੱਸ, ਫਿਰ ਮਾਈਨਸ, ਇਸ ਤਰੀਕੇ ਦੇ ਨਾਲ। ਹੁਣ ਦੇਖੋ a + b ਦੀ ਪਾਵਰ 4c0, ਪਹਿਲਾਂ a ਦੀ ਪਾਵਰ 4 ਆ ਜਾਏਗੀ, b ਦੀ ਪਾਵਰ 0, ਫਿਰ ਪਲੱਸ 4c1, a ਦੀ ਪਾਵਰ 1 ਘੱਟ ਗਈ, b ਦੀ ਪਾਵਰ ਵੱਧ ਗਈ, ਫਿਰ ਪਲੱਸ 4c2, a ਦੀ ਪਾਵਰ ਸਕੇਅਰ, a ਦਾ ਸਕੇਅਰ, b ਦਾ ਸਕੇਅਰ, ਫਿਰ ਪਲੱਸ 4c3, a ਦੀ ਪਾਵਰ 1, b ਦੀ ਪਾਵਰ 3, ਮਤਲਬ ਇਸ ਤਰੀਕੇ ਦੇ ਨਾਲ। ਉਹੀ ਇੱਥੇ ਲਿਖਿਆ ਹੋਇਆ 4c a ਦੀ ਪਾਵਰ, ਫਿਰ a ਦੀ ਪਾਵਰ ਕਿਊਬ, ਇਸ ਤਰੀਕੇ ਦੇ ਨਾਲ ਇੱਥੇ ਤੱਕ ਆਪਾਂ ਨੇ ਸੋਲਵ ਕਰ ਲਿਆ। ਫਿਰ ਵਿੱਚ ਮਾਈਨਸ ਦਾ ਸਾਈਨ ਐਵੇਂ ਹੀ ਰੱਖਾਂਗੇ, ਬਰੈਕਟ 'ਚ a - b ਦੀ ਪਾਵਰ 4 ਨੂੰ ਵੀ ਓਪਨ ਕਰ ਲਿਆ। ਫਿਰ ਜਿਹੜੀਆਂ ਚੀਜ਼ਾਂ ਕੈਂਸਲ ਆਊਟ ਹੁੰਦੀਆਂ ਨੇ ਸਾਈਨ ਚੇਂਜ ਹੋ ਕੇ, ਕਿਉਂਕਿ ਇੱਥੇ ਬਾਹਰ ਸਾਈਨ ਮਾਈਨਸ ਦਾ, ਫਿਰ ਸਾਈਨ ਚੇਂਜ ਹੋ ਜਾਣਗੇ, ਮਾਈਨਸ ਵਾਲੀ ਪਲੱਸ 'ਚ, ਪਲੱਸ ਵਾਲੀ ਮਾਈਨਸ 'ਚ ਕਨਵਰਟ ਹੋ ਜਾਏਗੀ। ਸੋ ਦੇਖੋ ਇਹ ਮਾਈਨਸ ਬਣ ਗਿਆ, ਇਹ ਦੋਨੋਂ ਆਪਸ 'ਚ ਕੈਂਸਲ ਆਊਟ ਹੋ ਗਏ। ਇਹਨੂੰ ਆਪਣੇ ਹੱਥ ਨਾਲ ਸੋਲਵ ਕਰੋਗੇ। ਇੱਥੇ ਜੇ ਨਹੀਂ ਸਮਝ ਲੱਗੇਗਾ ਤਾਂ ਇੱਥੇ ਵੀਡੀਓ ਪੌਜ਼ ਕਰਕੇ ਇੱਥੇ ਤੁਸੀਂ ਵੇਖ ਲੈਣਾ। ਇਹ ਚੀਜ਼ ਕੈਂਸਲ ਹੋ ਗਈ, ਇਹ ਵਾਲੇ ਆਪਸ 'ਚ ਟਰਮ ਕੈਂਸਲ ਹੋ ਗਈਆਂ, ਅਤੇ ਇਹ ਵੀ ਕੈਂਸਲ ਹੋ ਗਈਆਂ। ਹੁਣ ਇੱਥੇ ਵੇਖੋ 2 ਟਰਮਸ ਬਚ ਗਈਆਂ ਸਾਡੇ ਕੋਲ, ਫਸਟ ਇਹ ਵਾਲੀ ਅਤੇ ਸੈਕਿੰਡ ਇਹ ਹੋ ਗਈ, ਮਤਲਬ ਦੋਨਾਂ 'ਚ 2 ਬਚ ਗਈਆਂ। ਇਹ ਵੀ ਸੇਮ ਹੈ,
ਇਹ ਵਾਲੀ ਤੇ ਇਹ ਦੋਨੋਂ ਸੇਮ ਨੇ ਹੈ ਨਾ। ਸੋ ਆਪਾਂ ਕੀ ਲਿਖ ਲਿਆ, ਟਵਾਈਸ ਆਫ ਇਹ ਦੋ ਰਕਮਾਂ ਇਹੀ ਬਚੀਆਂ ਸੀ ਸਾਡੇ ਕੋਲ, ਇਹਨਾਂ ਦਾ ਟਵਾਈਸ ਮਤਲਬ ਇਹ ਦੋਨੋਂ ਕੀ ਨੇ, ਦੋ ਦੋ ਵਾਰ ਨੇ। ਸੋ ਦੇਖੋ 2 ਬਾਹਰ ਸੀ, ਠੀਕ ਹੈ, ਇਹਦੇ ਵਿੱਚੋਂ 4 ਵੀ ਕਾਮਨ ਆਉਂਦੇ ਆ, 4 ਵੀ ਬਾਹਰ ਕੱਢ ਲਿਆ, ਮਲਟੀਪਲਾਈ 4 ਕੀ ਬਚ ਗਿਆ, a ਕਿਊਬ b ਪਲੱਸ ab ਕਿਊਬ ਹੈ ਨਾ। ਸੋ 2 4 ਦਾ 8 ਆ ਗਿਆ। ਹੁਣ ਦੇਖੋ a ਦੀ ਕਿਊਬ ਤੇ a ਕੀ ਕਾਮਨ ਆਉਂਦਾ, ਇੱਕ a ਕਾਮਨ ਆਉਂਦਾ, ਇੱਕ b ਕਾਮਨ ਆਉਂਦਾ। ਸੋ ਦੇਖੋ 2 4 ਇਹ ਚੀਜ਼ ਬਚ ਗਈ ਸਾਡੇ ਕੋਲ। ਹੁਣ ਦੇਖੋ 4 ਵੀ ਜਦੋਂ ਆਪਾਂ ਕਾਮਨ ਕੱਢ ਲਿਆ ਕੀ ਬਚ ਗਿਆ, 8 ਬਾਹਰ 8 ਬਣ ਗਿਆ। ਫਿਰ a ਕਿਊਬ ਹੈ, ਇੱਥੇ a ਹੈ, ਇੱਕ a ਕਾਮਨ ਆਉਂਦਾ, ਇੱਕ a ਵੀ ਬਾਹਰ ਕੱਢ ਲਿਆ, ਇੱਕ b ਵੀ ਬਾਹਰ ਕੱਢ ਲਿਆ। ਸੋ ਕੀ ਬਚ ਗਿਆ 8ab, ਪਿੱਛੇ ਕੀ ਬਚ ਗਿਆ a ਸਕੇਅਰ ਪਲੱਸ b ਦਾ ਸਕੇਅਰ। ਠੀਕ ਹੈ, ਸਟੈਪ ਬਾਏ ਸਟੈਪ ਸੋਲਵ ਕਰਨਾ। ਹੈਂਸ ਇਵੈਲੂਏਟਿੰਗ, ਫਿਰ ਆਪਾਂ ਬਸ ਇੱਥੇ ਹੀ ਹੁਣ ਦੁਬਾਰਾ ਉਸਨੂੰ ਸੋਲਵ ਨਹੀਂ ਕਰਨਾ, ਜੋ ਇਹ ਫਾਰਮੂਲਾ ਆ ਗਿਆ ਸਾਡੇ ਕੋਲ, ਠੀਕ ਹੈ, ਇਹਦੇ ਵਿੱਚ ਹੀ ਵੈਲਿਊਜ਼ ਪੁੱਟ ਕਰਕੇ, ਜਿਵੇਂ a ਦੀ ਵੈਲਿਊ ਦੇਖੋ ਇੱਥੇ ਕੀ ਸੀ, a ਦੀ ਵੈਲਿਊ √3, b ਦੀ ਵੈਲਿਊ √2, ਬਸ ਇੱਥੇ ਹੀ ਇਹਨਾਂ ਨੂੰ ਸੋਲਵ ਕਰ ਲੈਣਾ। ਅਤੇ ਐਵੇਂ ਦੇ ਕੁਐਸਚਨਸ ਬਹੁਤ ਆਉਂਦੇ ਨੇ ਸਾਡੇ ਐਗਜ਼ਾਮਸ ਦੇ ਵਿੱਚ। ਅਤੇ ਸੈਕਿੰਡ ਕੁਐਸਚਨ ਦੇਖੋ, ਇਹ ਹੋਮਵਰਕ ਦਿੱਤਾ ਮੈਂ ਤੁਹਾਨੂੰ, x+1 ਦੀ ਪਾਵਰ 6 ਪਲੱਸ x-1 ਦੀ ਪਾਵਰ 6। ਪਹਿਲਾਂ ਇਹਨੂੰ ਇਵੈਲੂਏਟ ਕਰਿਓ, ਇਹਦਾ ਫਾਰਮੂਲਾ ਬਣਾਇਓ, ਉਸ ਤੋਂ ਬਾਅਦ ਇਸ 'ਤੇ ਵੈਲਿਊ ਪੁੱਟ ਕਰਕੇ ਇਹਨੂੰ ਸੋਲਵ ਕਰਿਓ, ਠੀਕ ਹੈ। ਅਤੇ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟਸ ਬਾਕਸ ਦੇ ਵਿੱਚ ਦੇ ਦੇਣਾ, ਅਤੇ ਮੈਂ ਚੈੱਕ ਕਰੂੰਗੀ ਕੀ ਆਨਸਰ ਆਇਆ, ਤੁਸੀਂ ਸਹੀ ਕੀਤਾ ਜਾਂ ਗਲਤ ਕੀਤਾ, ਠੀਕ ਹੈ। ਉੱਪਰਲਾ ਸੇਮ ਹੀ ਹੈ ਕੌਨਸੈਪਟ, ਅਤੇ ਜਿਵੇਂ ਉੱਪਰ ਸੀ ਬਸ ਇੱਕ ਮਾਈਨਸ ਦਾ ਚੇਂਜ ਹੈ, ਇਹਦੇ ਵਿੱਚ ਸੈਂਟਰ 'ਚ ਮਾਈਨਸ ਹੈ, ਇਹਦੇ ਵਿੱਚ ਪਲੱਸ ਹੈ, ਮਤਲਬ ਸਾਈਨ ਚੇਂਜ ਨਹੀਂ ਹੋਣਗੇ ਇਹਦੇ ਵਿੱਚ, ਠੀਕ ਹੈ, ਉਵੇਂ ਦੇ ਉਵੇਂ ਹੀ ਰਹਿਣਗੇ। ਸੋ ਇਹ ਤੁਸੀਂ ਖੁਦ ਬ ਖੁਦ ਸੋਲਵ ਕਰਕੇ ਇਮਾਨਦਾਰੀ ਦੇ ਨਾਲ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਵੀ ਇਹਦਾ ਇਹ ਆਨਸਰ ਆਇਆ, ਠੀਕ ਹੈ। ਹੁਣ ਦੇਖੋ ਅੱਗੇ ਆਪਾਂ ਆ ਗਏ ਹਾਂ 4th ਟਾਈਪ ਆਫ ਕੁਐਸਚਨਸ, ਜੋ ਆਪਣੇ ਐਗਜ਼ਾਮਸ ਦੇ ਵਿੱਚ ਆਉਂਦੇ ਨੇ, ਮੇ ਬੀ ਇਟ ਇਜ਼ 5th। ਸੋ ਦੇਖੋ ਕਹਿੰਦੇ ਯੂਜ਼ਿੰਗ ਬਾਇਨੋਮੀਅਲ ਥਿਊਰਮ ਇੰਡੀਕੇਟ ਵਿਚ ਨੰਬਰ ਇਜ਼ ਲਾਰਜਰ। ਹੁਣ ਕਹਿੰਦੇ ਬਾਇਨੋਮੀਅਲ ਥਿਊਰਮ ਦਾ ਇਸਤੇਮਾਲ ਕਰਕੇ ਇਹ ਦੱਸੋ ਵੀ ਇਹ ਰਕਮ ਵੱਡੀ ਹੈ 1.1 ਦੀ ਪਾਵਰ 10,000 ਜਾਂ 1000 ਵੱਡਾ, ਇਹਨਾਂ ਦੋਨਾਂ 'ਚੋਂ ਕਿਹੜੀ ਰਕਮ ਵੱਡੀ ਹੈ। ਹੁਣ ਦੇਖੋ ਬੱਚੇ ਇਹਦੇ ਲਈ ਨਾ ਇੱਕ ਕਾਪੀ ਆਉਂਦੀ ਹੈ 5 ਰੁਪਏ ਵਾਲੀ ਥੋੜ੍ਹੀ ਜਿਹੀ, ਅਤੇ ਆਪਾਂ ਇਹਨੂੰ ਸੋਲਵ ਕਿਵੇਂ ਕਰਨਾ, ਉਹ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਦੇਖੋ 10,000 ਹੈ, ਮੈਂ ਕਿਹਾ ਸੀ ਜੇ ਦੇਖੋ 6 ਹੈ, ਜਿਵੇਂ ਜੇ ਪਾਵਰ 6 ਹੋਵੇ ਆਪਣੇ ਕੋਲ ਅਤੇ 7 ਟਰਮਸ ਆਉਂਦੀਆਂ ਨੇ ਹੈ ਨਾ, ਜੇ 4 ਹੋਵੇ ਤਾਂ 5 ਟਰਮਸ ਆਉਣਗੀਆਂ +1 ਕਰਕੇ। ਜਿਵੇਂ a + b ਦਾ ਸਕੇਅਰ ਦੇਖੋ ਆਪਣੇ ਕੋਲ ਕੀ ਸੀ, a + b ਦਾ ਸਕੇਅਰ, ਠੀਕ ਹੈ, ਕੀ ਹੁੰਦੀ ਹੈ a ਸਕੇਅਰ + b ਸਕੇਅਰ + 2ab, 3 ਟਰਮਸ ਆਉਂਦੀਆਂ ਨੇ ਨਾ, ਇਸੇ ਇੱਕ ਵੱਧ ਹੁੰਦੀ ਹੈ। ਹੁਣ ਇੱਥੇ ਦੇਖੋ 10,000 ਟਰਮਸ ਨੇ, ਸੋ 10,000 ਇੱਕ ਟਰਮਸ ਆਉਣਗੀਆਂ, ਫਿਰ ਇੱਕ ਕਾਪੀ ਚਾਹੀਦੀ ਹੋਏਗੀ ਨਾ ਲਿਖਣ ਦੇ ਲਈ। ਸਾਰਾ ਪਹਿਲਾਂ ਇਸ ਨੂੰ ਐਕਸਪੈਂਡ ਕਰ ਲਿਓ, 10,000 ਇੱਕ 10,000 10,000 ਤੱਕ, ਠੀਕ ਹੈ। ਨਹੀਂ ਜੀ ਐਵੇਂ ਨਹੀਂ ਕਰਨਾ। ਪਹਿਲੀ ਗੱਲ ਦੇਖੋ ਵੇਖ ਕੇ ਥੋੜ੍ਹਾ ਕੁਐਸਚਨ ਵੱਡਾ ਲੱਗਦਾ ਵੀ ਹੈ ਨਾ, ਕੀ ਹੈ, ਦੇਖੋ 10,000 ਪਾਵਰ ਇੰਨੀ ਸੋਲਵ ਨਹੀਂ ਕਰਨਾ। ਪਹਿਲਾਂ ਆਪਾਂ 1.1 ਨੂੰ ਸੋਲਵ ਕਰ ਲਿਆ, 1 + 0.1 'ਚ ਇਹੀ ਹੁੰਦਾ 1.1, 0.1 ਦੇ ਵਿੱਚ ਤੁਸੀਂ 1 + ਕਰੋ, ਠੀਕ ਹੈ, ਕੀ ਆ ਜਾਏਗਾ 1.1 ਆ ਗਿਆ। ਸੋ ਆਪਾਂ 1.1 ਨੂੰ ਖੋਲ੍ਹ ਲਿਆ 1 + 0.1 ਦੇ ਵਿੱਚ, ਉੱਤੇ ਪਾਵਰ 10,000 ਪਹਿਲਾਂ ਸੋਲਵ ਕਰ ਲਿਆ। ਦੇਖੋ ਪਹਿਲੇ ਦੀ ਪਾਵਰ 0, ਕਿਉਂਕਿ b ਦੀ ਪਾਵਰ ਹਮੇਸ਼ਾ ਵੱਧਦੀ ਹੈ, a ਦੀ ਘਟਦੀ ਹੈ। ਸੋ b a ਇੱਥੇ ਲਿਖਿਆ ਕਿਉਂ ਨਹੀਂ, ਦੇਖੋ 1 ਕਿਉਂ ਨਹੀਂ ਲਿਖਿਆ, ਕਿਉਂਕਿ 1 ਦੀ ਪਾਵਰ ਜਿੰਨੀ ਮਰਜ਼ੀ ਆ ਜਾਏ, ਆਪਾਂ ਬਸ ਉਂਝ ਹੀ ਹੱਥਾਂ ਨੂੰ ਹੀ ਦਰਦ ਦੇਣਾ, ਸੋ ਆਪਾਂ ਨਹੀਂ ਲਿਖਿਆ। ਦੇਖੋ ਪਹਿਲਾਂ b ਦੀ ਪਾਵਰ 0, ਫਿਰ b ਦੀ ਪਾਵਰ 1, ਅਤੇ ਉੱਤੇ 10,000 C0 C1 C2 ਐਵੇਂ ਚੱਲਦਾ ਰਹੇਗਾ। ਫਿਰ ਅੱਗੇ ਕੀ ਪਾਤਾ ਇਹਨਾਂ ਨੇ, ਹੁਣ ਸਾਰੀਆਂ ਥੋੜ੍ਹੀ ਲਿਖਾਂਗੇ 10,000 ਦੀਆਂ, 10,000 ਇੱਕ ਹੈ ਨਾ, ਆਪਾਂ ਕੀ ਲਿਖਾਂਗੇ ਅਦਰ ਪੋਜ਼ੀਟਿਵ ਨੰਬਰਸ, ਵੀ ਹੋਰ ਵੀ ਜਿਹੜੇ ਪੋਜ਼ੀਟਿਵ ਨੰਬਰਸ ਹੋਣਗੇ, ਜਿਹੜੇ ਵੀ ਨੰਬਰ ਨੇ ਆਪਾਂ ਉਹਦੇ ਲਈ ਡੈਸ਼ ਡੈਸ਼ ਪਾਤੀ, ਬਸ 2 ਹੀ ਸੋਲਵ ਕਰਨੇ ਨੇ। ਸੋ ਦੇਖੋ 10,000 ਜਦੋਂ ਵੀ 0 ਨਾਲ ਕੋਈ ਵੀ ਆਪਾਂ ਕੋਂਬੀਨੇਸ਼ਨ ਬਣਾਏਗਾ ਅਤੇ ਉਹਦੀ ਵੈਲਿਊ ਹੁੰਦੀ ਹੈ 1, ਅਤੇ ਜੇ ਕਿਸੇ ਦੀ ਪਾਵਰ 0 ਹੋਵੇ ਉਹਦੀ ਵੀ ਵੈਲਿਊ ਹੁੰਦੀ ਹੈ 1, ਠੀਕ ਹੈ, ਪਲੱਸ ਅੱਗੇ ਦੇਖੋ 10,000 ਨੂੰ 1 ਦੇ ਨਾਲ, ਇਹ ਫੈਕਟੋਰੀਅਲ 10,000 ਹੈ। ਦੇਖੋ ਵੈਸੇ ਤਾਂ ਯਾਦ ਹੋਣਾ ਚਾਹੀਦਾ ਵੀ ਜਦੋਂ 1 ਦੇ ਨਾਲ ਬਣਾਈਦਾ ਉਹ ਰਕਮ ਖੁਦ ਹੀ ਆ ਜਾਂਦੀ ਹੈ। 10,000 - 1 999 ਕਰਕੇ ਕੁਛ ਆਏਗਾ, ਠੀਕ ਹੈ, ਅਤੇ ਉਹ ਇੱਕ ਦੇ ਵਿੱਚੋਂ ਜਦੋਂ ਆਪਾਂ ਮਾਈਨਸ ਕੀਤਾ, ਇਸ ਨੂੰ ਓਪਨ ਕੀਤਾ, ਉਹ ਤਾਂ ਆਪਸ ਦੇ ਵਿੱਚ ਕੈਂਸਲ ਆਊਟ ਹੋ ਗਿਆ, ਫੈਕਟੋਰੀਅਲ ਖੋਲ੍ਹਿਆ, ਸੋ 10,000 ਹੀ ਬਚ ਗਿਆ ਆਪਣੇ ਕੋਲ। ਸੋ ਮੇਨਲੀ ਕੀ ਹੈ, ਜਦੋਂ ਕੋਈ 0 ਦੇ ਨਾਲ ਕੋਂਬੀਨੇਸ਼ਨ ਬਣਾਉਂਦਾ ਉਹ 1, ਉਹਦਾ ਆਨਸਰ 1 ਆਉਂਦਾ। ਜਦੋਂ ਕੋਈ 1 ਦੇ ਨਾਲ ਬਣਾਉਂਦਾ ਅਤੇ ਉਹ ਆਪਣੇ ਆਪ ਹੀ ਰਕਮ ਆ ਜਾਂਦੀ ਹੈ, n ਰਕਮ ਆਪਣੇ ਆਪ ਹੀ ਆ ਜਾਂਦੀ ਹੈ, ਠੀਕ ਹੈ। ਅਤੇ ਦੇਖੋ ਇਹਦਾ 10,000 ਦਾ 10,000 ਲਿਖ ਲਿਆ, 0.1 ਦੀ ਪਾਵਰ 1 ਮਤਲਬ 0.1 ਮਲਟੀਪਲਾਈ ਕੀਤਾ, ਦੇਖੋ 1 ਬਚ ਗਿਆ ਇਹਦਾ ਤਾਂ, ਪਲੱਸ
ये कितना बन गया अपने कोल 10,000 बन गया। देखो क्योंकि आप 10,000 नूं मल्टीप्लाई करना है 0.1 दे नाल, मतलब 1/10 दे नाल, तो देखो 0 दे नाल 0 कैंसल आउट हो गई, तो अपने कोल की आएगा 1 + 10,000, 1 + 1000 आएगा। ਜਦੋਂ 10,000 ਨੂੰ ਅਸੀਂ ਮਲਟੀਪਲਾਈ ਕੀਤਾ 0.1 ਦੇ ਨਾਲ ਤਾਂ ਕੀ ਆ ਗਿਆ ਆਪਣੇ ਕੋਲ 1000 ਆ ਗਿਆ। ਠੀਕ ਹੈ, ਫਿਰ ਅੱਗੇ ਪਲੱਸ ਆਪਾਂ ਕੀ ਪਾਤਾ ਡੈਸ਼ ਡੈਸ਼ ਡੈਸ਼, ਕਿਉਂਕਿ ਸਭ ਥੋੜ੍ਹੀ ਸੋਲਵ ਕਰਾਂਗੇ। ਪਲੱਸ ਕਰਕੇ ਦੇਖੋ ਕਿੰਨਾ ਬਣਦਾ ਆਪਣੇ ਕੋਲ, ਇਹ ਬਣ ਗਿਆ ਨਾ 1001। ਠੀਕ ਹੈ, ਹੁਣ ਦੇਖੋ ਇਹ 1000 ਤੋਂ ਤਾਂ ਵੱਡਾ ਹੀ ਹੈ ਸਾਡੇ ਕੋਲ, ਇਟ ਇਜ਼ ਗ੍ਰੇਟਰ ਦੈਨ 1000, 1001 ਹੈ। ਅਤੇ ਅਗਰ ਪਲੱਸ ਆਪਾਂ ਹੋਰ ਵੀ ਟਰਮਸ ਕਰਾਂਗੇ ਤਾਂ ਉਹ ਜੈਨੂਇਨ ਹੀ ਆ ਵੀ 1000 ਤੋਂ ਵੱਡੀਆਂ ਹੋਣਗੀਆਂ, ਜਿਹਦੇ ਵਿੱਚ ਤੁਸੀਂ 2 ਪਲੱਸ ਕਰੋ 3 ਪਲੱਸ ਕਰੋ, ਜਿੰਨੀਆਂ ਮਰਜ਼ੀ ਕੋਈ ਵੀ ਡਿਜਿਟ ਪਲੱਸ ਕਰੋਗੇ ਤਾਂ ਉਹ ਵੱਡੀ ਹੁੰਦੀ ਜਾਏਗੀ। ਸੋ ਮਤਲਬ ਵੀ ਜੋ 1.1 ਦੀ ਪਾਵਰ 10,000 ਹੈ ਉਹ 1000 ਤੋਂ ਵੱਡੀ ਹੈ। ਬਸ ਹਿੰਸ ਪ੍ਰੂਵਡ। ਮਤਲਬ ਜਦੋਂ ਕੋਈ ਜ਼ਿਆਦਾ, ਇਹ ਸਮਝਾਉਣ ਦਾ ਬਸ ਇਹੀ ਮੋਟਿਵ ਸੀ। ਪਹਿਲੀ ਗੱਲ, ਜੇ ਕੋਈ ਆਪਾਂ ਨੂੰ 2 ਟਰਮਸ 'ਚ ਨਹੀਂ ਦਿੱਤੀ ਤਾਂ ਆਪਾਂ ਉਸਨੂੰ ਪਹਿਲਾਂ 2 ਟਰਮਸ 'ਚ ਬਣਾਉਣਾ ਹੈ 1 ਪਲੱਸ ਕਰਕੇ, ਜਾਂ ਜਿਸ ਵੀ ਤਰੀਕੇ ਦੇ ਨਾਲ। ਫਿਰ ਜੇ ਉਹਦੀ ਪਾਵਰ ਇੰਨੀ ਵੱਡੀ ਹੈ ਤਾਂ ਆਪਾਂ ਪਾਵਰ ਸਾਰੀ ਥੋੜ੍ਹੀ ਸੋਲਵ ਕਰਾਂਗੇ, ਪਲੱਸ ਪਾ ਕੇ ਆਪਾਂ ਡੈਸ਼ ਡੈਸ਼ ਪਾ ਦੇਣੀ ਹੈ। ਠੀਕ ਹੈ, ਬਸ ਇਹ ਇੱਕ ਅਲੱਗ ਜਿਹਾ ਕੁਐਸਚਨ ਸੀ। ਹੁਣ ਅੱਗੇ ਦੇਖੋ ਇਹਨਾਂ ਨੇ ਕੀ ਕਿਹਾ, ਕਹਿੰਦੇ ਫਾਈਂਡ ਦ ਵੈਲਿਊ ਆਫ, ਓ ਮਾਈ ਗॉड ਸੌਰੀ, ਫਾਈਂਡ ਦ ਵੈਲਿਊ ਆਫ 0.99 ਦੀ ਪਾਵਰ 5 ਯੂਜ਼ਿੰਗ ਫਸਟ 3 ਟਰਮਸ ਇਨ ਇਸ ਐਕਸਪੈਂਸ਼ਨ। ਹੁਣ ਪਹਿਲਾਂ ਇਹਨੂੰ ਉਹਨਾਂ ਨੇ ਕੀ ਕਿਹਾ, ਐਕਸਪੈਂਡ ਕਰੋ। ਫਿਰ ਕੀ ਕੀਤਾ ਇਹਨਾਂ ਨੇ, ਸਿਰਫ 3 ਟਰਮਸ, ਇਹਨਾਂ ਨੇ ਖੁਦ ਹੀ ਸਾਨੂੰ ਛੂਟ ਦੇ ਦਿੱਤੀ, ਕਹਿੰਦੇ ਸਿਰਫ 3 ਟਰਮਸ ਨਾਲ ਹੀ ਕਰੋ, ਪਹਿਲੀਆਂ 3 ਨਾਲ, ਪੂਰੀ ਐਕਸਪੈਂਸ਼ਨ ਨਹੀਂ ਲਿਖਣੀ 5 ਦੀ 5 ਤੱਕ। ਠੀਕ ਹੈ, ਸੌਖਾ ਹੋ ਗਿਆ ਸਾਨੂੰ। ਸੋ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 1 - 0.01। ਜਦੋਂ ਇਹਨਾਂ ਨੂੰ ਮਾਈਨਸ ਕੀਤਾ ਤਾਂ ਕੀ ਆ ਗਿਆ ਆਪਣੇ ਕੋਲ 0.99 ਆਉਂਦਾ। ਉਹਦੀ ਪਾਵਰ 5 3 ਟਰਮਸ ਤੱਕ ਖੋਲ੍ਹਣੀ ਹੈ, 5 ਸੀ 0, 5 ਸੀ 1, 5 ਸੀ 2, 3 ਹੋ ਗਈਆਂ ਨਾ। ਪਹਿਲਾਂ 0.0 ਦੀ ਪਾਵਰ 0, ਫਿਰ 1, ਫਿਰ 2। 1 ਫਿਰ ਨਹੀਂ ਲਿਖਿਆ ਕਿਉਂਕਿ 1 ਦੀ ਜਿੰਨੀ ਮਰਜ਼ੀ ਵੈਲਿਊ ਆ ਜਾਏ ਕੋਈ, ਆਪਣੇ ਕੋਲ ਉਹਦੀ 1 ਹੀ ਆਉਣਾ ਉਹਨੇ। ਠੀਕ ਹੈ, ਭਾਵੇਂ 1 ਦੀ ਪਾਵਰ 5 ਹੋਵੇ 4 ਹੋਵੇ। ਠੀਕ ਹੈ, ਆਪਾਂ ਨੇ ਲਿਖ ਲਿਆ। ਹੁਣ ਦੇਖੋ ਆਪਣੇ ਕੋਲ 5, ਜਦੋਂ ਹੁਣ 5 0 ਨਾਲ ਕੰਬਾਈਨ ਹੋਣਦੇ ਆ, ਕੋਂਬੀਨੇਸ਼ਨ ਬਣਾਉਂਦੇ ਆ, ਅਤੇ 1 ਆਏਗੀ ਵੈਲਿਊ। ਫਿਰ 0.01 ਦੀ ਵੈਲਿਊ 0, ਇਹ ਵੀ 1 ਹੀ ਆ ਗਿਆ। ਠੀਕ ਹੈ, ਸੋ 1 - 5 ਸੀ 1 ਨੂੰ ਸੋਲਵ ਕੀਤਾ 5 × 0.01। ਠੀਕ ਹੈ, ਇੱਥੇ ਬਸ ਫੋਕਸ ਕਰੀ ਜਾਇਓ। ਫਿਰ ਪਲੱਸ 5 ਸੀ 2 ਨੂੰ ਸੋਲਵ ਕੀਤਾ, ਕਿੰਨਾ ਆਉਂਦਾ 10। ਫਿਰ 0.01 ਦਾ ਸਕੇਅਰ ਕੀ ਆ ਗਿਆ 0.001 ਆ ਗਿਆ ਸਾਡੇ ਕੋਲ। ਠੀਕ ਹੈ, ਫਿਰ ਕੀ ਕੀਤਾ 1 - 5 0.05 ਅਤੇ 1.001, ਮਤਲਬ ਆਪਾਂ ਨੇ ਕੁਛ ਨਹੀਂ ਕਰਨਾ, ਪਹਿਲਾਂ ਇਹਨੂੰ 2 ਟਰਮਸ 'ਚ ਬਣਾ ਲਿਆ, ਫਿਰ ਉਹਦਾ ਕੋਂਬੀਨੇਸ਼ਨ ਐਕਸਪੈਂਸ਼ਨ ਖੋਲ੍ਹਤੀ, ਫਿਰ ਬਸ ਉਹਨੂੰ ਸੋਲਵ ਕਰਨਾ, ਪਲੱਸ ਮਾਈਨਸ ਕਰਕੇ 0.951 ਆਨਸਰ ਆ ਜਾਏਗਾ ਸਾਡੇ ਕੋਲ। ਠੀਕ ਹੈ, ਅੱਗੇ ਹੈਗਾ ਸ਼ੋ ਦੈਟ, ਕਿੰਨਾ ਕੁ ਰਹਿ ਗਿਆ, ਬਸ ਆ ਲਾਸਟ ਹੈ। ਦੇਖੋ ਕਹਿੰਦੇ ਸ਼ੋ ਦੈਟ 9n + 1 - 8n - 9 ਇਜ਼ ਡਿਵਿਜ਼ੀਬਲ ਬਾਈ 64 ਵੈਨ ਐਵਰ n ਇਜ਼ ਅ ਪੋਜ਼ੀਟਿਵ ਇੰਟੀਜਰ। ਕਹਿੰਦੇ ਵੀ ਆਪਾਂ ਇਹ ਸ਼ੋ ਕਰਨਾ ਵੀ ਜਿਹੜੀ ਆਹ ਰਕਮ ਹੈਗੀ ਹੈ ਸਾਡੇ ਕੋਲ, ਇਹ 64 ਦੇ ਨਾਲ ਡਿਵਿਜ਼ੀਬਲ ਹੈਗੀ ਹੈ। ਠੀਕ ਹੈ, ਵੀ ਇਹ 64 ਨੂੰ ਡਿਵਾਈਡ ਕਰਦੀ ਹੈ। ਦੇਖੋ ਕੁਛ ਨਹੀਂ ਕਰਨਾ, ਥੋੜ੍ਹਾ ਜਿਹਾ ਡਿਫੀਕਲਟ ਕੁਐਸਚਨ ਨਹੀਂ ਹੈਗਾ ਇਹ, ਈਜ਼ੀ ਹੀ ਹੈ, ਮਤਲਬ ਥੋੜ੍ਹਾ ਡਿਫਰੈਂਟ ਕੁਐਸਚਨ ਹੈ। ਕਿਵੇਂ ਕਰਾਂਗੇ, ਸਭ ਤੋਂ ਪਹਿਲਾਂ ਜਿਹਦੀ ਪਾਵਰ n ਦਿੱਤੀ ਹੋਵੇ, ਇਹ ਤਾਂ ਸਿੰਪਲ ਨੇ, ਇਹਦੀ ਕੋਈ ਪਾਵਰ ਨਹੀਂ ਦਿੱਤੀ, ਜਿਹਦੀ ਪਾਵਰ ਦਿੱਤੀ ਹੋਵੇ ਉਹਨੂੰ ਆਪਾਂ ਖੋਲ੍ਹਣਾ। ਹੁਣ ਦੇਖੋ 9n + 1 ਨੂੰ ਆਪਾਂ ਕੀ ਲਿਖ ਸਕਦੇ ਹਾਂ, 9 ਨੂੰ ਕੀ ਲਿਖ ਸਕਦੇ ਹਾਂ 1 + 8 ਲਿਖ ਸਕਦੇ ਹਾਂ, ਉੱਪਰ ਕੀ ਲਿਖਾਂਗੇ n + 1। ਹੁਣ ਤੁਸੀਂ ਕਹੋਗੇ ਵੀ ਆਪਾਂ 10 - 1 ਵੀ ਲਿਖ ਸਕਦੇ ਸੀ, ਉਹ ਕਿਉਂ ਨਹੀਂ ਲਿਖਿਆ? ਉਹ ਇਸ ਲਈ ਨਹੀਂ ਲਿਖਿਆ ਵੀ ਜਿਹੜੀ ਰਕਮ ਦੇ ਨਾਲ ਆਪਾਂ ਸ਼ੋਅ ਕਰਨਾ, ਆਪਾਂ ਕੀ ਸ਼ੋਅ ਕਰਨਾ ਵੀ 64 ਦੇ ਨਾਲ ਡਿਵਿਜ਼ੀਬਲ ਹੋਵੇ ਉਹ। ਠੀਕ ਹੈ, ਹੁਣ 64 8 ਨਾਲ ਡਿਵਿਜ਼ੀਬਲ ਹੈ, ਸੋ ਆਪਾਂ 8 ਦੇ ਨਾਲ ਹੀ ਖੋਲ੍ਹਣਾ। ਹੁਣ ਸੈਕਿੰਡ ਕੁਐਸਚਨ ਜਿੱਥੇ 25 ਦਾ ਕਰਨਾ ਹੈ ਨਾ, ਸੋ ਉਹ 'ਚ ਆਪਾਂ 6 ਨੂੰ 5 ਤੱਕ ਖੋਲਾਂਗੇ, ਵੀ 5 ਦੇ ਟਰਮਸ 'ਚ ਖੋਲਾਂਗੇ। ਠੀਕ ਹੈ, ਇਹਦਾ 10 - 1 ਵੀ ਆ ਸਕਦਾ ਸੀ, 7 + 2 ਵੀ ਆ ਸਕਦਾ ਸੀ, ਪਰ ਆਪਾਂ 1 + 8 ਇਸ ਲਈ ਲਿਖਿਆ ਕਿਉਂਕਿ 64 8 ਤੋਂ ਡਿਵਿਜ਼ੀਬਲ ਹੈ। ਠੀਕ ਹੈ, ਪਾਵਰ ਉੱਪਰ ਐਵੇਂ ਰਹੀ n + 1। ਠੀਕ ਹੈ, ਹੁਣ ਦੇਖੋ ਸੇਮ, ਹੁਣ ਇਸ ਦਾ ਆਪਾਂ ਕੀ ਕਰ ਲੈਣਾ, ਐਕਸਪੈਂਸ਼ਨ ਖੋਲ੍ਹ ਲੈਣਾ, ਸਾਰਾ ਨਹੀਂ ਖੋਲ੍ਹਣਾ, ਬਸ ਆਪਾਂ ਕੀ ਕਰਨਾ, ਦੇਖੋ n + 1 ਅਤੇ ਮਤਲਬ n + 1 c ਦੀ ਪਾਵਰ 0, ਫਿਰ c1, n + 1 c1, 2 ਟਰਮਸ ਖੋਲ੍ਹ ਲਈਆਂ। ਫਿਰ ਅੱਗੇ ਆ ਦੇਖੋ 2 3 ਡੈਸ਼ ਡੈਸ਼ ਪਾ ਕੇ ਆਪਣੇ ਕੋਲ ਆ ਗਿਆ n + 1 n + 1। ਬਸ ਪਹਿਲੀਆਂ 2 3 ਖੋਲ੍ਹ ਕੇ
4 खोल लो, 2 3 4, उस तो बाद डैश पा के एक लास्ट वाली टर्म खोल दो। ठीक है, हुण देखो n+1 किहदे बराबर आ जाएगा। आई होप तुहानू समझ लगता पे। देखो n+1 c दी पावर 0 इंटू 8 दी पावर 0, यही खोल लिया ना आप, 1 तो लिखण की लोड़ नहीं, 8 की कॉम्बीनेशन खोल ली। फिर एवें ही n+1 c दी पावर 1 8 दी पावर 1, फिर n+2 c दी पावर 2 8 दी पावर 2, बस इसनू खोल लिया। उस तो बाद देखो n+1 c दी पावर 0 8 दी पावर 0 नू ओपन किया, कितना आ गया 1 आ गया, क्योंकि सी अगर कोई 0 के नाल कॉम्बीनेशन बनाएगा 1, 8 दी 0 मतलब 1 ही आ गया, मतलब सिंपल। ठीक है, फिर n+1 c1 8 1, इनू की करांगे आपां, जिहड़ी पावर है खुद आ जाती है ना जो 1 दे नाल मल्टीप्लाई हुंदा है, सो n+1 इंटू 8 आ गया। अगे देखो हुण आपां की करना है, ਇਹਦੇ ਵਿੱਚ ਇਸ ਕੁਐਸਚਨ 'ਚ ਵੀ ਐਵੇਂ ਹੀ ਹੈ, ਇਸ ਕੁਐਸਚਨ 'ਚ ਵੀ ਐਵੇਂ ਹੀ ਹੈ। ਪਹਿਲੀਆਂ ਦੋ ਟਰਮਸ ਖੁੱਲ੍ਹ ਜਾਣਗੀਆਂ। ਫਿਰ ਅਗਲੀ ਜਿਹੜੀ ਟਰਮ ਹੈ n+1 ਸੀ 2 ਵਾਲੀ, ਉਹਦੇ 'ਚ ਦੇਖੋ ਕੀ ਕਾਮਨ ਆਉਂਦਾ ਪਿਆ, 8 ਸਕੇਅਰ 8 ਕਿਊਬ, ਫਿਰ 8 ਦੀ ਪਾਵਰ n+1 ਤੱਕ। ਹੁਣ ਦੇਖੋ ਸਕੇਅਰ ਇੱਥੇ 2 ਹੈ, ਫਿਰ 3 ਆਏਗਾ, 4 5 6 7 ਐਵੇਂ ਹੀ ਆਏਗਾ ਨਾ। ਸੋ ਮਤਲਬ 8 ਸਕੇਅਰ ਕਾਮਨ ਆਉਂਦਾ ਪਿਆ, ਸੋ 8 ਸਕੇਅਰ ਆਪਾਂ ਨੇ ਕਾਮਨ ਕੱਢ ਲਿਆ। ਇਹ ਜਿਹੜੀ ਬਾਕੀ ਰਕਮ ਰਹਿ ਗਈ, ਇਹਨੂੰ ਐਵੇਂ ਹੀ ਡੈਸ਼ ਮੰਨ ਲਓ, ਕੋਈ ਵੀ ABC ਦਾ ਅੱਖਰ ਮੰਨ ਲਓ, M ਮੰਨ ਲਓ ਇਹਨੂੰ। ਠੀਕ ਹੈ, ਵੀ ਪੂਰੀ ਨਾ ਲਿਖਣੀ ਪਏ ਸਾਨੂੰ ਵਾਰ-ਵਾਰ। ਸੋ ਕੀ ਆ ਗਿਆ ਸਾਡੇ ਕੋਲ 9n+1 ਇਜ਼ ਇਕੁਅਲ ਟੂ 1 ਦਾ ਇਹ ਵਾਲਾ 1 ਹੀ ਆ ਗਿਆ। ਫਿਰ ਜੋ n+1 8 ਸੀ, 8 ਨੂੰ ਪਹਿਲਾਂ n ਦੇ ਨਾਲ ਮਲਟੀਪਲਾਈ ਕੀਤਾ, ਕੀ ਆ ਗਿਆ ਸਾਡੇ ਕੋਲ +8n, 8 ਨੂੰ ਫਿਰ 1 ਨਾਲ ਮਲਟੀਪਲਾਈ ਕੀਤਾ +8 +8 8 ਦਾ 64 ਸਕੇਅਰ ਹੈ। ਇਹ ਬਾਕੀ ਨੂੰ ਤਾਂ ਆਪਾਂ m ਲੈਟ ਕਰ ਲਿਆ m। ਠੀਕ ਹੈ, ਸੋ ਦੇਖੋ ਆਹ ਰਕਮ ਆ ਗਈ ਸਾਡੇ ਕੋਲ ਹੁਣ ਸੋਲਵ ਕਰਕੇ। ਹੁਣ ਜੋ n-1 ਹੈ, ਬਾਕੀ ਟਰਮਸ ਨੂੰ ਆਪਾਂ ਦੂਜੀ ਸਾਈਡ 'ਤੇ ਲੈ ਜਾਣਾ 64m ਨੂੰ ਛੱਡ ਕੇ। ਠੀਕ ਹੈ, ਹੁਣ ਦੇਖੋ ਇਹ 8 + 1 ਕਿੰਨਾ ਆ ਗਿਆ 9, 9 ਨੂੰ ਵੀ ਪਰਲੀ ਸਾਈਡ ਲੈ ਗਏ, ਇੱਥੇ ਮਾਈਨਸ ਦਾ ਹੋ ਗਿਆ, 8n ਇੱਧਰ ਪਲੱਸ ਦਾ ਇੱਧਰ ਆ ਕੇ ਮਾਈਨਸ ਦਾ ਹੋ ਗਿਆ। ਠੀਕ ਹੈ, ਸੋ ਆਪਣੇ ਕੋਲ ਕੀ ਇਕੁਏਸ਼ਨ ਬਣ ਗਈ 9n - n+1 - 8n - 9 ਇਜ਼ ਇਕੁਅਲ ਟੂ 64m। ਅਤੇ ਆਹੀ ਆਪਾਂ ਪ੍ਰੂਫ ਕਰਨਾ ਸੀ। ਦੇਖੋ 9n+1 - 8n - 9 ਇਜ਼ ਡਿਵਿਜ਼ੀਬਲ ਬਾਏ 64। ਹੁਣ ਤੁਸੀਂ ਕਹੋਗੇ ਤਾਂ ਇਕੁਅਲ ਟੂ ਆ ਗਿਆ, ਇਕੁਅਲ ਟੂ ਤਾਂ ਹੀ ਆਇਆ ਨਾ ਵੀ ਉਹਦੇ ਨਾਲ ਡਿਵਿਜ਼ੀਬਲ ਹੈ। ਠੀਕ ਹੈ, ਇਹ ਆਨਸਰ ਹੈ। ਅੱਗੇ ਦੇਖੋ 6n - 5n। ਠੀਕ ਹੈ, ਆਪਾਂ ਦੱਸਣਾ ਵੀ ਇਹਦਾ 1 ਰਿਮਾਈਂਡਰ ਆਉਂਦਾ ਜਦੋਂ 25 ਦੇ ਨਾਲ ਡਿਵਿਜ਼ੀਬਲ ਹੈ, ਮਤਲਬ ਆਪਾਂ ਇਹੀ ਸ਼ੋਅ ਕਰਨਾ ਵੀ ਇਹ 25 ਦੇ ਨਾਲ ਡਿਵਿਜ਼ੀਬਲ ਹੈ। ਦੇਖੋ 6 ਦੀ ਪਾਵਰ n ਹੈ ਨਾ, ਸੋ ਆਪਾਂ ਕਿਵੇਂ ਖੋਲਾਂਗੇ 6 ਨੂੰ 1 + 5 ਦੀ ਪਾਵਰ n। ਫਿਰ ਇਹਨੂੰ ਐਕਸਪੈਂਡ ਕਰ ਲਾਂਗੇ, ਕੀ ਕਰਾਂਗੇ ਐਕਸਪੈਂਡ n 5c 0। ਠੀਕ ਹੈ, 1 ਦੀ ਪਾਵਰ ਲਿਖਣ ਦੀ ਲੋੜ ਨਹੀਂ, 5 ਦੀ ਪਾਵਰ 0, ਫਿਰ ਪਲੱਸ 5c 1 5 ਦੀ ਪਾਵਰ 1, ਫਿਰ ਪਲੱਸ 5c 2 5 ਦੀ ਪਾਵਰ 2। ਮਤਲਬ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਖੋਲ੍ਹ ਲਿਆ ਇੱਥੇ ਤੱਕ। ਦੋ ਕੁ ਅੱਗੇ 2-3 ਰਕਮਾਂ ਖੋਲ੍ਹ ਕੇ ਡੈਸ਼ ਡੈਸ਼ ਪਾ ਕੇ ਲਾਸਟ ਵਾਲੀ। ਠੀਕ ਹੈ, ਫਿਰ ਸੇਮ ਸੋਲਵ ਕੀਤਾ। ਦੇਖੋ 6n ਇਜ਼ ਇਕੁਅਲ ਟੂ ਕੀ ਆ ਗਿਆ, n ਦੀ ਪਾਵਰ n ਨੇ 0 ਦੇ ਨਾਲ ਕੰਬੀਨੇਸ਼ਨ ਬਣਾਇਆ 1 ਆ ਗਿਆ, ਮਲਟੀਪਲਾਈ 5 ਦੀ ਪਾਵਰ 0 ਵੀ 1, ਸੋ 1 ਆ ਗਿਆ, ਪਲੱਸ nc1। ਦੇਖੋ ਕੋਈ ਵੀ ਜੋ ਟਰਮ ਹੈ ਜਦੋਂ 1 ਦੇ ਨਾਲ ਕੰਬੀਨੇਸ਼ਨ ਬਣਾਉਂਦੀ ਆ ਉਹ ਖੁਦ ਆ ਜਾਂਦੀ ਹੈ, ਸੋ n ਮਲਟੀਪਲਾਈ ਕੀ ਹੈ, ਦੇਖੋ ਇੱਥੇ 5 ਹੈ ਨਾ, ਸੋ ਕੀ ਆ ਜਾਏਗਾ ਇੱਥੇ 5n + 5n ਲਿਖਤਾ +5n। ਠੀਕ ਹੈ, ਅੱਗੇ ਦੇਖੋ ਆ ਜੋ ਸਾਰੀ ਆਪਣੇ ਕੋਲ ਇਕੁਏਸ਼ਨ ਹੈ, ਇਹਦੇ ਵਿੱਚੋਂ ਫਿਰ ਕਾਮਨ ਆਉਂਦਾ ਨਾ 5 ਸਕੇਅਰ 3, ਅੱਗੇ ਫਿਰ 4 5 6 ਐਵੇਂ ਹੀ ਚੱਲਦਾ ਜਾਏਗਾ। ਸੋ ਇੱਥੇ ਆਪਾਂ 5 ਸਕੇਅਰ ਕਾਮਨ ਕੱਢ ਲਿਆ, ਅਤੇ ਬਾਕੀ ਸਾਰੀ ਟਰਮ ਨੂੰ ਤਾਂ ਕਿ ਲਿਖਣਾ ਨਾ ਪਏ ਵਾਰ-ਵਾਰ ਆਪਾਂ m ਲਿਖਤਾ। ਦੇਖੋ ਪੇਪਰ 'ਚ ਜੇ ਕੁਐਸਚਨ ਆਉਂਦਾ ਹੈ ਸੇਮ ਐਵੇਂ ਜਿਵੇਂ ਮੈਂ ਸੋਲਵ ਕਰਦੀ ਪਈ ਹਾਂ ਐਵੇਂ ਹੀ ਸੋਲਵ ਕਰਨਾ ਹੈ, ਬਸ ਇੱਕ ਇੰਨਾ ਕੁ ਮੈਂਸ਼ਨ ਕਰ ਦਿਓ ਵੀ ਜਿਹੜੀ ਉਹ ਬਾਕੀ ਟਰਮ ਬਚ ਗਈ। ਠੀਕ ਹੈ, ਦ ਰਿਮੇਨਿੰਗ ਟਰਮ ਠੀਕ ਹੈ ਇਜ਼ ਲੈਟਡ m, ਅਤੇ ਉਹਨੂੰ ਆਪਾਂ ਲੈਟ ਕੀ ਕੀਤਾ m, ਜਾਂ ਫਿਰ ਐਵੇਂ ਲਿਖ ਦਿਓ ਲੈਟ m ਬੀ ਦ ਰਿਮੇਨਿੰਗ ਟਰਮ, ਜੋ ਵੀ ਆਪਾਂ ਬ੍ਰੈਕਟ ਦੇ ਵਿੱਚ। ਠੀਕ ਹੈ, ਜੋ ਰਿਮੇਨਿੰਗ ਟਰਮ ਬਚ ਗਈ ਉਹਨਾਂ ਨੂੰ ਆਪਾਂ m ਲਿਖਤਾ। ਠੀਕ ਹੈ, ਮਤਲਬ ਕੋਈ ਨਾ ਕੋਈ ਮਲਟੀਪਲ ਆਏਗਾ। ਅੱਗੇ ਦੇਖੋ ਆਪਾਂ ਸੋਲਵ ਕੀਤਾ 5 ਸਕੇਅਰ ਕਾਮਨ ਆ ਗਿਆ ਅਤੇ ਇੰਟੂ m ਲਿਖ ਲਿਆ। 6n ਦੇ ਕੀ 6n ਕਿਹਦੇ ਇਕੁਅਲ ਆ ਗਿਆ 1 + 5n 5 5 ਦਾ 25m। ਠੀਕ ਹੈ, ਇਹ ਆ ਗਿਆ। ਹੁਣ ਦੇਖੋ 6n ਉੱਧਰ ਹੀ ਰਿਹਾ, ਇਹ ਜੋ +5n ਹੈ ਇੱਧਰ ਆ ਕੇ ਕੀ ਹੋ ਗਿਆ ਮਾਈਨਸ ਦਾ, ਸੋ -5n ਇਜ਼ ਇਕੁਅਲ ਟੂ
25 + 1 बच गया ना इधर 1 + 25 25m + 1 ठीक है, इन्हू अरेंज कर लिया बस। हुण ये जो रकम बच गई ये आंसर किवें आया देखो, उन्होंने की कहा सी भी रिमेंडर 1 क्यों नहीं उधर लैके गए, क्योंकि उन्होंने की कहा सी रिमेंडर 1 आना चाहिए। आप एक फॉर्मूला करते नहीं, डिविडेंट इज इक्वल टू डिवाइज़र इंटू कोशिएंट प्लस रिमेंडर, ये करते होंगे है ना। सो देखो इत्थे अपने कोल ए की है डिविडेंट इज इक्वल टू 25 इज़ डिवाइज़र ते प्लस आर इज़ द एम इज़ द कोशिएंट एंड 1 इज़ द रिमेंडर, मतलब 1 रिमेंडर आना सी, ये असी प्रूफ करना सी ते यही असी प्रूफ करता। सो ये नाल ही साडा जिहड़ा बाइनोमियल थ्योरम चैप्टर है मैथ का क्लास 11 का कंप्लीट हो जाता है। बहुत ईजी चैप्टर है, ज़्यादा कोई कैलकुलेशन करने की लोड़ नहीं हैगी इहदे विच, बस प्रैक्टिस है, थोड़ा जिहा बोरिंग काम है भी, थोड़ा लेंदी क्वेश्चन हो जाते हैं, प्रैक्टिस दे नाल आ जाएंगे क्योंकि दिमाग तो नहीं ना लगता, देखो एक्सपैंड करना है, बस एक्सपैंड करना है, बहुत ईजी चैप्टर है। बाकी जो एक अद्धे क्वेश्चन होर कोफिशिएंट वाले होणगे वो ज़्यादा हाले इंपॉर्टेंट है नहीं, बट आपां कर लांगे वो भी। तो फिलहाल ही इन्ना ही, तो यही बस अपना मेन टॉपिक्स आप कवर कर लेने, बस ये तुसीं सीख लो, बाकी सारा चैप्टर बस हर एक चाही क्वेश्चनस ने। तो एक वाला क्वेश्चन जो मैं होमवर्क दिता सी ये भी करके मैनू कॉमेंट्स च आंसर दिओ, तो जे कोई क्वेश्चन नहीं समझ लग्या, कोई भी क्वेरी होई मैनू कॉमेंट्स दे विच दस दिओ, तो मैं तुहानू उहदा आंसर उहदा सोल्यूशन च एक वीडियो जरूर पा दांगी। तो फीडबैक दिया करो, तो होर भी किहड़े टॉपिक ते वीडियो चाहिए वो भी मैनू जरूर दस दिओ। सो मिलते हैं नैक्सट वीडियो दे विच, टिल दैन कीप लर्निंग एंड कीप सपोर्टिंग, बाय बाय, थैंक यू सो मच, हैव अ नाइस डे।